ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ, ਓ ਮੈਂ ਵਿੱਚੋਂ ਜਾਏ। ਇਸ ਜਗ ਮੇਂ ਨਾਮ ਅਲਪ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੇ ਆਪਣਾ, ਓ ਤਿਨ ਬਲਹਾਰੈ ਰਾਮ। ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਦਾਇ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਪੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦਿ। ਸੇਵਕ ਸੇਵ ਕਰੇ ਸਭ ਤੇਰੇ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿਚੋਂ ਆਪ ਗਵਾਇਆ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿਚੋਂ ਆਪ ਗਵਾਇਆ। ਅਨ ਦਿਨ ਗੁਣ ਗਾਵੇ ਨਿਤ ਸਾਚੀ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ। ਏਕੋ ਸੱਚਾ ਸਚ ਤੂੰ, ਕੇਵਲ ਆਪ ਮੁਰਾਰੀ ਰਹਾਉ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉ ਮੈਂ ਮਾਰੀ। ਗਿਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਧਾਰੀ। ਏ ਮਨੁਆ ਦਰਦ ਸਤਾਵੰਦਾ, ਦੂਜੇ ਪਾਏ ਖੁਆਇਆ। ਮਨ ਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੀ ਸਾਚ ਕਮਾਹੇ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੀਲ ਲਏ ਪ੍ਰਭ ਸਾਚੇ, ਸਾਚ ਰਖਿਆ ਉਰ ਧਾਰੀ। ਨਾਨਕ ਨਾਮ ਗਤ ਮਤ ਪਾਈ, ਇਹਾ ਰਾਸ ਹਮਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰਖਿਆ ਉਰ ਧਾਰੀ। ਨਾਨਕ ਨਾਉ ਗਤ ਮਤ ਪਾਈ, ਇਹਾ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੀ ਪਾਵਨ ਪਵਿੱਤਰ ਮੁਬਾਰਕ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ ਸੋਗ ਸ਼ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਤੀਸਰੇ ਨਾਨਕ
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਚਨਾ ਤੋਂ ਘਰ ਪਹਿਲੇ ਵਿੱਚ ਰਾਗ ਅਤੇ ਤਾਲ ਅਨੁਸਾਰ ਘਰ ਪਹਿਲੇ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ। ਤੇ ਇਹ ਜੋ ਸ਼ਬਦ ਹੈ 599 ਅਤੇ 600 ਅੰਗ ਤੇ ਸਵਾਈਮਾਨ ਹੈ। ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਪਵਿੱਤਰ ਬਚਨਾਂ ਦੇ ਨਾਲ, ਸੱਚਖੰਡ ਦੇ ਨਾਲ ਸਾਰੇ ਹੀ ਮਨ ਬਿਰਤੀਆਂ ਨੂੰ ਜੁੜ ਜਾਈਏ, ਧਿਆਨ ਧਰੀਏ। ਸੱਚਖੰਡ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦਾ, ਉੱਥੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਲੈ ਜਾਈਏ, ਟਿਕਾਊ ਵਿੱਚ ਲਿਆ ਕੇ ਇਹ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ। ਜਦੋਂ ਟਿਕਾਊ ਬਣ ਜਾਵੇਗਾ, ਸੁਰਤੀ ਬਿਰਤੀ ਸਾਡੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜ ਜਾਵੇਗੀ, ਫਿਰ ਬਖਸ਼ਿਸ਼ ਦੀ ਪਾਤਰ ਸਹਿਜੀ ਬਣ ਜਾਵਾਂਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਘਰ ਪਹਿਲਾ, ਘਰ ਪਹਿਲੇ ਦੇ ਵਿੱਚ ਰਾਗ ਤਾਲ ਅਨੁਸਾਰ ਗਾਉਣ ਵਾਸਤੇ ਸ਼ਬਦ ਨੂੰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਗੁਰੂ ਦੇ ਦਰ ਤੇ ਆ ਕਰਕੇ ਅਰਦਾਸਾਂ ਬੇਨਤੀਆਂ ਕਰਾਂਗੇ, ਫਿਰ ਗੁਰੂ ਦੀ ਬਖਸ਼ਿਸ਼ ਹੋ ਜਾਵੇਗੀ। ਸੇਵਕ ਸੇਵ ਕਰੇ ਸਭ ਤੇਰੇ, ਜਿਨ ਸ਼ਬਦ ਸਾਧ ਆਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਉਹੀ ਸੇਵਕ ਸੇਵਾ ਕਰ ਸਕਦਾ ਹੈ ਜਿਸ ਨੂੰ ਸ਼ਬਦ ਦਾ ਰਸ ਆ ਜਾਂਦਾ, ਜਿਹਨੂੰ ਸ਼ਬਦ ਦਾ ਆਨੰਦ ਆ ਜਾਂਦਾ, ਜਿਸ ਨੂੰ ਆਤਮਿਕ ਟਿਕਾਊ ਬਣ ਜਾਂਦਾ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਸਤਿਗੁਰਾਂ ਨੇ ਕੀ ਪ੍ਰੈਕਟੀਕਲ ਤੌਰ ਤੇ ਪਿਆਰਿਓ ਆਪ ਪਹਿਲਾਂ ਸੇਵਾ ਕਰਕੇ ਵਿਖਾਈ ਹੈ ਤੇ ਸਤਿਗੁਰਾਂ ਨੇ ਇਹ ਕਹਿ ਵੀ ਦਿੱਤਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੀ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਔ ਮੈਂ ਵਿੱਚੋਂ ਜਾਏ, ਮਨ ਚਿੰਦੇ ਫਲ ਕਦੋਂ ਪ੍ਰਾਪਤ ਹੋਣਗੇ? ਜਦੋਂ ਸਾਡੇ ਵਿੱਚੋਂ ਹਉਮੈ ਚਲੇ ਜਾਵੇਗੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋ ਚੀਜ਼ਾਂ ਇੱਕ ਥਾਂ ਤੇ ਨਹੀਂ ਵਸ ਸਕਦੀਆਂ। ਸਤਿਗੁਰੂ ਕਹਿੰਦੇ ਨੇ ਸੇਵਾਦਾਰ ਤੇ ਕੋਈ ਕਰ ਸਕਦਾ ਜਿਸ ਨੂੰ ਸ਼ਬਦ ਦਾ ਰਸ ਆ ਗਿਆ, ਜਿਸ ਨੂੰ ਟਿਕਾਊ ਬਣ ਗਿਆ, ਜਿਸ ਨੂੰ ਆਤਮਿਕ ਆਨੰਦ ਬਣ ਗਿਆ, ਉਹੀ ਸੇਵਾ ਕਰ ਸਕਦਾ ਪਿਆਰਿਓ। ਦੂਸਰਾ ਤੇ ਫਿਰ ਇਹ ਆ ਨਾ, ਬੱਦਾ ਚੱਟੀ ਜੋ ਕਰੇ, ਨਾ ਗੁਣ ਨਾ ਉਪਕਾਰ। ਤੇ ਪਰ ਜੇ ਕੋਈ ਬੱਦਾ ਰੁੱਦਾ ਕਰਦਾ, ਉਹਦਾ ਨਾ ਕੋਈ ਵੀ ਫਾਇਦਾ ਨਹੀਂ, ਨਾ ਗੁਣ ਨਾ ਉਪਕਾਰ, ਕੁਛ ਵੀ ਨਹੀਂ ਪ੍ਰਾਪਤੀ ਹੁੰਦੀ। ਤੇ ਸੇਵਾ ਤੇ ਕੋਈ ਹੋਇਆ ਜਿਹੜਾ ਮਾਲਕ ਦੇ ਚਰਨਾਂ ਦੇ ਨਾਲ ਜੁੜ ਕਰਕੇ ਕੀਤੀ ਜਾਵੇ। ਭਾਈ ਨੰਦ ਲਾਲ ਜੀ ਪਿਆਰਿਓ ਇਤਨੀ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ ਸਮਰਪਿਤ ਸਨ। ਇਸ ਤਰੀਕੇ ਦੇ ਨਾਲ ਸੇਵਾ ਕਰਦੇ ਸਨ ਕਿ ਆਪਣਾ ਆਪਾ ਹੀ ਸਤਿਗੁਰਾਂ ਨੂੰ ਅਰਪਣ ਕੀਤਾ ਹੋਇਆ ਸੀ, ਆਪਣਾ ਆਪਾ ਹੀ ਸਤਿਗੁਰਾਂ ਦੇ ਸਮਰਪਿਤ ਕੀਤਾ ਹੋਇਆ ਸੀ। ਪਿਆਰੇ, ਜਿਤਨੀ ਦੇਰ ਤੱਕ ਅਸੀਂ ਆਪਣੇ ਆਪੇ ਨੂੰ ਸਮਰਪਿਤ ਨਹੀਂ ਗੁਰੂ ਦੇ ਕਰਦੇ, ਉਤਨੀ ਦੇਰ ਤੱਕ ਸੇਵਾ ਹੋ ਹੀ ਨਹੀਂ ਸਕਦੀ। ਤੇ ਫਿਰ ਲੰਗਰ ਉਸ ਵੇਲੇ 13 ਲੰਗਰ ਚੱਲਦੇ ਸਨ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੀ ਗੋਲੜੀ ਵਿੱਚ ਚੱਲਦੇ ਸਨ। ਤੇ ਬਾਕੀ ਲੰਗਰਾਂ ਦੀ ਗਿਣਤੀ ਕੋਈ ਨਹੀਂ, ਇੱਥੇ ਕਿੱਥੇ ਲੰਗਰ ਚੱਲ ਰਹੇ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਇੱਕ ਵਾਰੀ ਮਨ ਦੇ ਵਿੱਚ ਆਇਆ ਕਿ ਸਾਡੇ ਸੇਵਕ ਸਿੱਖ ਬੜੀ ਪਿਆਰ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ, ਤੇ ਅੱਜ ਇਹਨਾਂ ਦੀ ਸੇਵਾ ਵੇਖ ਕੇ ਆਈਏ, ਅੱਜ ਇਹਨਾਂ ਦੀ ਸੇਵਾ ਵੇਖ ਕੇ ਆਈਏ। ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਅੱਜ ਕਹਿੰਦੀ ਭੇਸ ਵਟਾਇਆ ਹੋਇਆ, ਭੇਸ ਵਟਾਇਆ ਹੋਇਆ, ਕਿਸੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਧੰਨ ਗੁਰੂ ਕਲਗੀਧਰ ਮਹਾਰਾਜ ਹਨ। ਪਿਆਰਿਓ, ਲੰਗਰਾਂ ਦੇ ਵਿੱਚ ਜਾ ਰਹੇ ਨੇ, ਲੰਗਰਾਂ ਦੇ ਵਿੱਚ ਜਾ ਰਹੇ। ਜਦੋਂ ਪਹਿਲੇ ਲੰਗਰ ਦੇ ਵਿੱਚ ਗਏ ਤੇ ਮੇਰੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜਾ ਕੇ ਲਾਂਗਰੀ ਸਿੰਘ ਨੂੰ ਆਖਿਆ ਕਿ ਸਿੰਘਾ ਅਸੀਂ ਪ੍ਰਸ਼ਾਦਾ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ। ਕਹਿੰਦੇ ਹਾਲੀ ਟਾਈਮ ਕੋਈ ਨਹੀਂ ਹੋਇਆ,
ਹਾਲੇ ਟਾਈਮ ਕੋਈ ਨਹੀਂ ਹੋਇਆ, ਜਦੋਂ ਟਾਈਮ ਹੋਵੇਗਾ ਤੇ ਉਦੋਂ ਆ ਜਾਣਾ। ਲੰਗਰ ਦੇ ਟਾਈਮ ਤੇ ਆ ਕਰਕੇ ਪ੍ਰਸ਼ਾਦਾ ਛਕਣਾ, ਉਦੋਂ ਛਕ ਲੈਣਾ ਆ ਕਰਕੇ। ਪਿਆਰੋ ਇਸੇ ਤਰ੍ਹਾਂ ਹੀ ਉਹ ਦੂਸਰੇ ਕੋਲ ਗਏ। ਦੂਸਰੇ ਕੋਲ ਜਿਸ ਵੇਲੇ ਗਏ ਤੇ ਉਹਨੇ ਵੀ ਇਹੋ ਆਖਿਆ ਕਿ ਹਾਲੇ ਲੰਗਰ ਦਾ ਵਕਤ ਕੋਈ ਨਹੀਂ ਹੋਇਆ, ਇਹ ਕੋਈ ਵਕਤ ਥੋੜਾ। ਕਹਿੰਦੇ ਟਾਈਮ ਦੇ ਨਾਲ ਆਇਓ, ਜਦੋਂ ਲੰਗਰ ਸ਼ੁਰੂ ਹੋਵੇਗਾ ਉਦੋਂ ਤੁਹਾਨੂੰ ਵੀ ਲੰਗਰ ਮਿਲ ਜਾਵੇਗਾ, ਉਦੋਂ ਤੁਹਾਨੂੰ ਵੀ ਲੰਗਰ ਮਿਲ ਜਾਵੇਗਾ। ਇਸੇ ਤਰ੍ਹਾਂ ਹੀ ਪਿਆਰੋ ਕਈ ਲੰਗਰਾਂ ਦੇ ਵਿੱਚ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਕਲਗੀਧਰ ਮਹਾਰਾਜ ਭੇਸ ਵਟਾਇਆ ਹੋਇਆ ਤੇ ਗਏ। ਤੇ ਜਿਸ ਵੇਲੇ ਭਾਈ ਨੰਦ ਲਾਲ ਜੀਆਂ ਦੇ ਕੋਲ ਗਏ ਨੇ, ਭਾਈ ਨੰਦ ਲਾਲ ਜੀਆਂ ਦੇ ਕੋਲ ਗਏ ਤੇ ਸਤਿਗੁਰਾਂ ਨੇ ਜਾ ਕੇ ਆਖਿਆ ਅਸੀਂ ਪ੍ਰਸ਼ਾਦਾ ਛਕਣਾ ਹੈ, ਅਸੀਂ ਲੰਗਰ ਪ੍ਰਸ਼ਾਦਾ ਛਕਣਾ। ਭਾਈ ਨੰਦ ਲਾਲ ਹੁਣਾ ਜਵਾਬ ਕੋਈ ਨਹੀਂ ਦਿੱਤਾ। ਮਹਾਰਾਜ ਦਾਲਾਂ ਬਣ ਰਿਹਾ ਹੈ, ਆਟਾ ਗੁੰਨ ਰਹੀ ਹਾਂ, ਤੇ ਜੇ ਤੇ ਤੁਹਾਨੂੰ ਜ਼ਿਆਦਾ ਕਾਹਲੀ ਹੈ ਤੇ ਹੁਣੇ ਹੀ ਪ੍ਰਸ਼ਾਦੇ ਲਾ ਕੇ ਛਕਾ ਦਿੰਦੇ ਹਾਂ, ਤੇ ਜੇ ਤੁਸੀਂ ਵੇਟ ਕਰਨੀ ਹੈ ਤੇ ਫਿਰ ਬੈਠ ਜਾਓ, ਲੰਗਰ ਤਿਆਰ ਕਰਕੇ ਤੁਹਾਨੂੰ ਛਕਾਉਂਦੇ ਹਾਂ। ਜਾਣਾ ਕਿਧਰੇ ਨਹੀਂ, ਜਾਣਾ ਕਿਧਰੇ ਨਹੀਂ, ਲੰਗਰ ਛਕ ਕਰਕੇ ਜਾਣਾ ਹੈ, ਇਸ ਤਰ੍ਹਾਂ ਨਹੀਂ ਜਾਣਾ। ਧੰਨ ਗੁਰੂ ਕਲਗੀਧਰ ਮਹਾਰਾਜ ਆਖਣ ਲੱਗੇ ਨਹੀਂ, ਅਸੀਂ ਕਾਹਲੀ ਦੇ ਵਿੱਚ ਹਾਂ, ਅਸੀਂ ਕਾਹਲੀ ਦੇ ਵਿੱਚ ਹਾਂ, ਜੋ ਕੁਝ ਤੁਹਾਡੇ ਕੋਲ ਹੈ ਅਸੀਂ ਜਾ ਕੇ ਬਣਾ ਲਵਾਂਗੇ। ਕਹਿੰਦੇ ਆਟਾ ਗੁੰਨਿਆ ਹੋਇਆ ਭਾਈ ਨੰਦ ਲਾਲ ਜੀਆਂ ਨੇ ਫੜਾ ਦਿੱਤਾ। ਕੋਈ ਨਹੀਂ, ਜੇ ਤੁਸੀਂ ਜ਼ਿਆਦਾ ਕਾਹਲੀ ਵਿੱਚ ਹੋ ਤੇ ਠੀਕ ਹੈ, ਇਹ ਲੈ ਜਾਓ। ਹੁਣ ਪਿਆਰੋ ਜਿਸ ਵੇਲੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਵੇਰੇ ਸਿੱਖਾਂ ਨੂੰ ਬੁਲਾਇਆ, ਜਿਹੜੇ ਲੰਗਰ ਦੇ ਵਿੱਚ ਸੇਵਾ ਕਰਦੇ ਸਨ, ਲੰਗਰ ਦੇ ਵਿੱਚ ਸੇਵਾ ਕਰਦੇ ਸਨ, ਉਹਨਾਂ ਨੂੰ ਪੁੱਛਿਆ ਕਿ ਲੰਗਰ ਦੀ ਸੇਵਾ ਪ੍ਰਵਾਨ ਕਿਸ ਦੀ ਹੈ, ਪ੍ਰਵਾਨ ਕਿਸ ਦੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਜਿਸ ਦੇ ਕੋਲ ਗਏ, ਕਹਿੰਦੇ ਤੁਹਾਡੇ ਕੋਲ ਗਏ ਤੇ ਤੁਸੀਂ ਇਹ ਗੱਲ ਆਖੀ ਹਾਲੇ ਕੋਈ ਟਾਈਮ ਥੋੜਾ। ਦੂਸਰਿਆਂ ਨੇ ਇਹ ਗੱਲ ਆਖੀ ਜਦੋਂ ਟਾਈਮ ਹੋਵੇਗਾ ਉਦੋਂ ਆ ਜਾਣਾ, ਪਹਿਲੋਂ ਆਉਣ ਦਾ ਫਾਇਦਾ ਕੀ ਹੈ, ਟਾਈਮ ਦੇ ਨਾਲ ਹੀ ਲੰਗਰ ਮਿਲੇਗਾ। ਪਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੀ ਤੇ ਅੱਠੇ ਪੈਰ ਹੀ ਚੱਲਦਾ ਰਹੇ। ਹਰ ਵੇਲੇ ਜਦੋਂ ਵੀ ਕੋਈ ਆਏ ਉਸੇ ਵੇਲੇ ਸਿੱਖ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਾਂਦਾ। ਭਾਈ ਨੰਦ ਲਾਲ ਹੋਣਾ ਜੀਆਂ ਨੂੰ ਬੁਲਾਇਆ ਉਸ ਵੇਲੇ, ਕਹਿੰਦੀ ਆਹ ਵੇਖੋ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਕਦੀ ਨਾ ਨਹੀਂ ਕੀਤੀ, ਜਿਨ੍ਹਾਂ ਨੇ ਕਦੀ ਵੀ ਨਾ ਨਹੀਂ ਕੀਤੀ, ਅੱਜ ਭਾਈ ਨੰਦ ਲਾਲ ਜੀ ਪ੍ਰਵਾਨ ਹੋਏ ਨੇ। ਆਹ ਵੇਖੋ ਕੱਚਾ ਆਟਾ। ਉਸੇ ਵੇਲੇ ਭਾਈ ਨੰਦ ਲਾਲ ਜੀ ਚਰਨਾਂ ਤੇ ਢਹਿ ਪਏ, ਮਹਾਰਾਜ ਤੁਸੀਂ ਸੀ, ਕਿਉਂਕਿ ਭਾਈ ਨੰਦ ਲਾਲ ਹੁਣੀ ਤੇ ਇਹੋ ਜਿਹਾ ਵਿਸ਼ਵਾਸ ਬਣਾਇਆ ਹੋਇਆ ਸੀ, ਕਹਿੰਦੇ ਮੈਨੂੰ ਤੇ ਕਲਗੀਆਂ ਵਾਲੇ ਬਿਨਾਂ ਦਿਸਦਾ ਹੀ ਕੋਈ ਨਹੀਂ। ਕਹਿੰਦੇ ਮੈਂ ਜਿਸ ਪਾਸੇ ਤੱਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕਦੇ ਨੇ। ਭਾਈ ਨੰਦ ਲਾਲ ਦੀ ਨਿਗਾਹ ਦੇ ਨਾਲ ਵੇਖੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਪਾਸੇ ਨੇ। ਭਾਈ ਕਨ੍ਹਈਆ ਜੀ ਦੀ ਦ੍ਰਿਸ਼ਟੀ ਦੇ ਨਾਲ ਵੇਖੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਥਾਂ ਤੇ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਈ ਨੰਦ ਲਾਲ ਜੀ ਹੁਣਾਂ ਨੂੰ ਧੰਨ ਗੁਰੂ ਕਲਗੀਧਰ ਮਹਾਰਾਜ ਪਿਆਰਿਓ ਹੋਰ ਵੀ ਗੁਰਸਿੱਖ ਨਾਲ ਨੇ। ਆਸਥਾ ਵੇਖੋ ਕਿੰਨੀ ਹੈ, ਜਿਨ੍ਹਾਂ ਨੂੰ ਰਸ ਆ ਗਿਆ ਸ਼ਬਦ ਦੇ ਵਿੱਚ, ਜਿਹੜੇ ਸ਼ਬਦ ਦੇ ਨਾਲ ਜੁੜ ਗਏ, ਜਿਹੜੇ ਗੁਰੂ ਦਾ ਹੀ ਰੂਪ ਬਣ ਗਏ। ਪਿਆਰਿਓ ਭਾਈ ਨੰਦ ਲਾਲ ਜੀ ਨੂੰ ਪੁੱਛਦੇ ਨੇ ਪਿਆਰਿਓ, ਹੋਰ ਵੀ ਸਿੱਖ ਨੇ। ਮੇਰੇ ਸਤਿਗੁਰਾਂ ਨੇ ਇੱਕ ਗੀਟਾ ਫੜਿਆ ਹੋਇਆ ਹੱਥ ਦੇ ਵਿੱਚ ਤੇ ਉਸ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ, ਪੱਥਰ ਦਾ ਗੀਟਾ ਪਾਣੀ ਦੇ ਵਿੱਚ ਸੁੱਟ ਦਿੱਤਾ। ਸਿੱਖਾਂ ਨੂੰ ਪੁੱਛਿਆ ਕੱਲੇ ਕੱਲੇ ਨੂੰ ਕਿ ਇਹ ਗੀਟਾ ਕਿੱਥੇ ਗਿਆ। ਮਹਾਰਾਜ ਤੁਸੀਂ ਸੁੱਟਿਆ ਪਾਣੀ ਦੇ ਵਿੱਚ, ਉਹ ਪਾਣੀ ਵਿੱਚ ਡੁੱਬ ਗਿਆ। ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਤੇ ਜਿਸ ਵੇਲੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਭਾਈ ਨੰਦ ਲਾਲ ਜੀ ਕਹਿੰਦੇ ਸਤਿਗੁਰੂ ਜੀ ਮੈਨੂੰ ਹੋਰ ਤੇ ਕੁਝ ਪਤਾ ਨਹੀਂ, ਮੈਨੂੰ ਇਤਨਾ ਪਤਾ ਕਿ ਜਿਨ੍ਹਾਂ ਦੀ ਤੁਸੀਂ ਬਾਂਹ ਫੜ ਲਓਗੇ, ਜਿਨ੍ਹਾਂ ਨੂੰ ਤੁਸੀਂ ਆਪਣੇ ਕੋਲ ਫੜ ਕੇ ਰੱਖੋਗੇ, ਆਪਣੇ ਚਰਨਾਂ ਦੇ ਨਾਲ ਜੋੜ ਲਵੋਗੇ, ਉਹ ਬਚ ਜਾਣਗੇ, ਨਹੀਂ ਤੇ ਬਾਕੀ ਡੁੱਬ ਜਾਣਗੇ। ਇਹ ਜਿਵੇਂ ਪੱਥਰ ਡੁੱਬ ਗਿਆ ਨਾ, ਜਿਹੜੀ ਤੁਹਾਡੇ ਚਰਨਾਂ ਦੇ ਨਾਲ ਟੁੱਟ ਗਈ, ਉਹ ਡੁੱਬ ਜਾਣਗੇ, ਉਹ ਨਹੀਂ ਬਚਣਗੇ। ਮੈਨੂੰ ਇਤਨਾ ਪਤਾ ਹੈ,
ਮੈਨੂੰ ਇਹ ਨਹੀਂ ਪਤਾ ਇਹ ਪੱਥਰ ਕਿੱਥੇ ਗਿਆ, ਪਰ ਜਿਹੜਾ ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਰਹੇਗਾ। ਪਿਆਰਿਓ, ਧੰਨ ਗੁਰੂ ਕਲਗੀਧਰ ਮਹਾਰਾਜ ਆਪਣੇ ਆਨੰਦ ਦੇ ਵਿੱਚ ਸਿੱਖਾਂ ਨੂੰ ਪੁੱਛ ਰਹੇ, ਆ ਅਸਮਾਨ ਜਿਹੜਾ ਹੈ ਇਹ ਕਿਵੇਂ ਪ੍ਰਤੀਤ ਹੋ ਰਿਹਾ? ਬਾਹਰ ਖੜੇ ਸਨ, ਕਹਿੰਦੇ ਅਸਮਾਨ ਕਿਵੇਂ ਪ੍ਰਤੀਤ ਹੋ ਰਿਹਾ? ਕੋਈ ਕਹਿੰਦਾ ਜੀ ਇਸ ਨੂੰ ਨੀਲੀ ਛਤਰੀ ਵਾਲਾ ਕਹਿੰਦੇ ਨੇ, ਛਤਰੀ ਵਾਂਗ ਪ੍ਰਤੀਤ ਹੁੰਦਾ। ਦੂਸਰਾ ਕਹਿੰਦਾ ਮਹਾਰਾਜ ਇਵੇਂ ਲੱਗਦਾ ਕਿ ਬਹੁਤ ਦੂਰ ਵੇਖੀਏ ਤੇ ਜਿਵੇਂ ਅਸਮਾਨ ਥੱਲੇ ਲੱਗਿਆ ਹੁੰਦਾ, ਜਿਵੇਂ ਅਸਮਾਨ ਥੱਲੇ ਲੱਗਿਆ ਹੁੰਦਾ। ਪਿਆਰੋ, ਸਾਡੀ ਸਾਰਿਆਂ ਦੀ ਦ੍ਰਿਸ਼ਟੀ ਇਹੋ ਹੀ ਹੈ ਨਾ, ਅਸੀਂ ਇਹੋ ਗੱਲ ਕਹਿੰਦੇ ਹਾਂ। ਕੋਈ ਕਹਿੰਦੇ ਇਹ ਛਤਰੀ ਵਾਂਗ ਹੈ, ਤੇ ਜਦੋਂ ਦੂਰ ਤੱਕਦੇ ਹਾਂ ਫਿਰ ਇਹ ਕਹਿੰਦੇ ਆ ਇਵੇਂ ਪ੍ਰਤੀਤ ਹੁੰਦਾ ਕਿ ਜਿਵੇਂ ਅਸਮਾਨ ਧਰਤੀ ਨੂੰ ਲੱਗਿਆ ਹੋਵੇ। ਜਿਸ ਵੇਲੇ ਭਾਈ ਨੰਦ ਲਾਲ ਨੂੰ ਪੁੱਛਿਆ, ਭਾਈ ਨੰਦ ਲਾਲ ਜੀ ਕਹਿੰਦੇ, ਸਤਿਗੁਰੂ ਜੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਇਹ ਛਤਰੀ ਵਾਂਗ ਹੈ ਕਿ ਦੂਰ ਕਰਕੇ ਕਹਿੰਦੇ ਇਸ ਤਰ੍ਹਾਂ ਦਿਖਾਈ ਦਿੰਦਾ। ਮੈਨੂੰ ਇਤਨਾ ਪਤਾ ਹੈ ਕਿ ਅਸਮਾਨ ਵੀ ਚਾਹੁੰਦਾ ਹੈ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਨੂੰ ਮੈਂ ਸ਼ੋਅ ਪ੍ਰਾਪਤ ਕਰ ਲਵਾਂ। ਉਹ ਵੀ ਨਿਉ ਕਰਕੇ ਤੁਹਾਡੇ ਚਰਨਾਂ ਤੇ ਟਿਕਿਆ ਹੋਇਆ ਅਸਮਾਨ ਵੀ, ਜੋ ਜਿਤਨੀ ਵੀ ਸ੍ਰਿਸ਼ਟੀ ਹੈ ਤੁਹਾਡੇ ਚਰਨਾਂ ਦੇ ਵਿੱਚ ਢਹਿ ਪੈਂਦੀ ਹੈ। ਇਹ ਅਸਮਾਨ ਕਿਉਂ ਨਹੀਂ ਢਹਿਆ? ਉਹ ਵੀ ਢਹਿ ਪਿਆ ਤੁਹਾਡੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਨ ਵਾਸਤੇ। ਉਹ ਇਸ ਕਰਕੇ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ, ਜਿਨ੍ਹਾਂ ਨੂੰ ਸ਼ਬਦ ਦਾ ਰਸ ਆ ਜਾਂਦਾ, ਜਿਨ੍ਹਾਂ ਨੂੰ ਆਨੰਦ ਆ ਜਾਂਦਾ। ਸਤਿਗੁਰੂ ਕਹਿ ਰਹੇ ਨੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦ ਸਾਧ ਆਇਆ। ਜਿਨ੍ਹਾਂ ਨੂੰ ਸ਼ਬਦ ਦੇ ਵਿੱਚ ਰਸ ਆ ਗਿਆ, ਜਿਨ੍ਹਾਂ ਨੂੰ ਸ਼ਬਦ ਦੇ ਵਿੱਚ ਸਵਾਦ ਆ ਗਿਆ, ਪਿਆਰਿਓ, ਉਹ ਤੇ ਫਿਰ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਪਹਿਲੀ ਗੱਲ ਤੇ ਸਾਨੂੰ ਰਸ ਆ ਗਈ। ਜਿਤਨੀ ਦੇਰ ਤੱਕ ਰਸ ਨਹੀਂ ਬਣਦਾ, ਆਨੰਦ ਨਹੀਂ ਬਣਦਾ, ਆਤਮਿਕ ਟਿਕਾਓ ਨਹੀਂ ਬਣਦਾ, ਉਤਨੀ ਦੇਰ ਤੱਕ ਨਾ ਤੇ ਕੀਤੀ ਹੋਈ ਸੇਵਾ ਹੀ ਪਿਆਰਿਓ ਦਰਗਾਹੀ ਕਬੂਲ ਹੁੰਦੀ ਹੈ, ਤੇ ਨਾ ਨਾਮ ਹੀ ਜਪਿਆ ਹੋਇਆ ਦਰਗਾਹੀ ਕਬੂਲ ਪੈਂਦਾ। ਦਰਗਾਹੀ ਕਬੂਲ ਹੋਈ ਉਹ ਗੱਲ ਪਵੇਗੀ ਜਦੋਂ ਰਸ ਆ ਜਾਵੇ। ਇੱਕ ਸਿੱਖ ਬੀਬੀ ਪਿਆਰਿਓ ਬੜੀ ਹੀ ਭਾਵਨਾ ਵਾਲੀ, ਬਹੁਤ ਭਾਵਨਾ ਵਾਲੀ, ਜਿਹੜੀ ਹਰ ਵੇਲੇ ਗੁਰੂ ਗੁਰੂ ਜਪਦੀ ਹੈ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਹਰ ਵੇਲੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੀ, ਪਰ ਹੈ ਗਰੀਬ, ਬਹੁਤ ਬਹੁਤ ਗਰੀਬ। ਇੱਕ ਦਿਨ ਕਹਿੰਦੀ ਸਬਜ਼ੀ ਲੈਣ ਵਾਸਤੇ ਦੁਕਾਨ ਤੋਂ ਗਈ, ਸਬਜ਼ੀ ਲੈਣ ਦੁਕਾਨ ਤੋਂ ਗਈ ਤੇ ਕੀ ਵੇਖਦੀ, ਜਾ ਕੇ ਸਬਜ਼ੀ ਵਾਲੇ ਨੂੰ ਇਹ ਗੱਲ ਆਖੀ ਕਿ ਮੈਨੂੰ ਸਬਜ਼ੀ ਚਾਹੀਦੀ ਹੈ। ਤੇ ਕਹਿੰਦੀ ਬੀਬੀ ਪੈਸੇ ਦੀ, ਪੈਸੇ ਕਹਿੰਦੇ ਮੇਰੇ ਕੋਲ ਹਾਲੇ ਨਹੀਂ, ਤੂੰ ਉਧਾਰ ਕਰ ਲੈ, ਮੈਂ ਗਰੀਬਣੀ ਹਾਂ, ਤੈਨੂੰ ਜ਼ਰੂਰ ਪੈਸੇ ਦੇਵਾਂਗੀ। ਮੈਂ ਵਾਹਿਗੁਰੂ ਨੂੰ ਜਾਮਨ ਰੱਖ ਕੇ ਇਹ ਗੱਲ ਕਹਿੰਦੀ ਹਾਂ ਕਿ ਤੈਨੂੰ ਪੈਸੇ ਜ਼ਰੂਰ ਦੇਵਾਂਗੀ, ਅੱਜ ਮੈਨੂੰ ਲੋੜ ਹੈ, ਮੈਂ ਗਰੀਬ ਹਾਂ ਤੇ ਮੈਨੂੰ ਸਬਜ਼ੀ ਬਣਾਉਣ ਵਾਸਤੇ ਦੇ ਦੇ। ਉਹ ਕਹਿੰਦੇ ਨਹੀਂ ਬੀਬੀ, ਇਸ ਤਰ੍ਹਾਂ ਅਸੀਂ ਸਬਜ਼ੀ ਨਹੀਂ ਦਿੰਦੇ, ਮੈਂ ਇਸ ਤਰ੍ਹਾਂ ਸਬਜ਼ੀ ਨਹੀਂ ਦੇਵਾਂਗਾ, ਕੁਝ ਨਾ ਕੁਝ ਤੈਨੂੰ ਦੇਣਾ ਪਵੇਗਾ, ਕੁਝ ਨਾ ਕੁਝ ਤੇ ਦੇਣਾ ਪਵੇਗਾ ਤੈਨੂੰ, ਪੈਸਾ ਧੇਲਾ ਦੇਵੇਂਗੀ ਤੇ ਤਾਂ ਹੀ ਕਹਿੰਦੀ ਸਬਜ਼ੀ ਦੇਵਾਂਗਾ, ਇਸ ਤਰ੍ਹਾਂ ਥੋੜ੍ਹੀ ਦੇਵਾਂਗਾ। ਪਿਆਰਿਓ, ਉਸਨੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਕਾਗਜ਼ ਉਸਦੇ ਕੋਲ ਸੀ। ਇੱਕ ਕਾਗਜ਼ ਉਸਦੇ ਕੋਲ, ਪੈਨ ਦੇ ਨਾਲ ਉਸਨੇ ਉਸ ਕਾਗਜ਼ ਦੇ ਉੱਤੇ ਲਿਖਿਆ ਵਾਹਿਗੁਰੂ, ਵਾਹਿਗੁਰੂ ਲਿਖ ਕੇ ਤੇ ਉਸ ਕਾਗਜ਼ ਨੂੰ ਲਪੇਟ ਦਿੱਤਾ। ਲਪੇਟ ਕੇ ਕਾਗਜ਼ ਨੂੰ ਤੇ ਕਹਿੰਦੇ ਇਸ ਕਾਗਜ਼ ਦੇ ਵੱਟੇ ਨਾਲ ਤੋੜ ਕੇ ਮੈਨੂੰ ਤੁਸੀਂ ਦੇ ਦਿਓ, ਇਸ ਕਾਗਜ਼ ਦੇ ਵੱਟੇ ਨਾਲ ਮੈਨੂੰ ਤੋੜ ਕੇ ਤੁਸੀਂ ਦੇ ਦਿਓ। ਹੁਣ ਦੁਕਾਨਦਾਰ ਜਿਹੜਾ ਹੈਰਾਨ ਹੋ ਰਿਹਾ, ਕਹਿੰਦੇ ਇਸ ਕਾਗਜ਼ ਦੇ ਨਾਲ ਤੋੜ ਕੇ ਤੈਨੂੰ ਕੀ ਮਿਲੇਗਾ, ਇਸ ਕਾਗਜ਼ ਦੇ ਨਾਲ ਤੋੜ ਕੇ ਤੈਨੂੰ ਕੀ ਮਿਲੇਗਾ, ਮੈਂ ਤੇ ਹੋਰ ਨਹੀਂ ਕੁਝ ਵੀ ਦੇ ਸਕਦੀ। ਕਹਿੰਦੀ ਇਸ ਦੀ ਤੋਲ ਦੇ ਨਾਲ ਜੋ, ਹੁਣ ਦੁਕਾਨਦਾਰ ਨੇ ਸੋਚਿਆ ਕਾਗਜ਼ ਦੇ ਨਾਲ ਕਿਹੜੀ ਕੋਈ ਚੀਜ਼ ਆਵੇ, ਕਿਹੜੀ ਚੀਜ਼ ਜਿਹੜੀ ਹੈ ਇਸ ਦੇ ਬਰਾਬਰ ਤੋਲ ਦੀ ਸਬਜ਼ੀ ਇਸ ਨੂੰ ਮੈਂ ਦੇ ਦੇਵਾਂਗਾ। ਉਸ ਨੇ ਜਿਵੇਂ ਕੋਈ ਮਜ਼ਾਕ ਸਮਝਦਾ ਇਵੇਂ ਸਮਝਿਆ। ਤਕੜੀ ਦੇ ਪਿਆਰਿਓ ਇੱਕ ਪਾਸੇ ਕਾਗਜ਼ ਰੱਖਿਆ ਜਿਸ ਦੇ ਵਿੱਚ ਵਾਹਿਗੁਰੂ ਲਿਖਿਆ ਹੋਇਆ, ਤੇ ਦੂਸਰੇ ਪਾਸੇ ਉਸ ਨੂੰ ਕਹਿ ਰਹੀ ਹੈ ਬੀਬੀ ਕਿ ਤੂੰ ਸਬਜ਼ੀ ਪਾ। ਜਿਸ ਵੇਲੇ ਉਸਨੇ ਸਬਜ਼ੀ ਪਾਈ, ਪਹਿਲਾਂ ਥੋੜੀ ਸਬਜ਼ੀ ਪਾਈ, ਜਿਸ ਪਾਸੇ ਵਾਹਿਗੁਰੂ ਲਿਖਿਆ ਹੋਇਆ ਪਿਆਰਿਓ ਕਾਗਜ਼ ਦੇ ਉੱਤੇ,
ਉਹ ਪਲੜਾ ਭਾਰੀ ਹੈ, ਉਹ ਪਲੜਾ ਤਾਂ ਨਹੀਂ ਚਕੋਰਿਆ। ਫਿਰ ਉਹ ਸਬਜ਼ੀ ਪਾਈ ਜਾ ਰਿਹਾ, ਉਸਨੇ ਆਪਣਾ ਪੂਰਾ ਤੱਕੜੀ ਦਾ ਜਿਹੜਾ ਪਾਸਾ ਭਰ ਦਿੱਤਾ। ਭਰ ਕੇ ਤੇ ਫਿਰ ਕਹਿੰਦਾ ਬੀਬੀ ਆਹ ਲੈ ਜਾ ਤੂੰ ਸਬਜ਼ੀ, ਆਹ ਲੈ ਜਾ ਤੂੰ ਸਬਜ਼ੀ, ਪਰ ਇਹ ਤੇਰਾ ਪੱਲਾ ਜਿਹੜਾ ਹੈ ਇਹ ਤਾਂ ਉੱਠਦਾ ਹੀ ਕੋਈ ਨਹੀਂ, ਇਹ ਜਿਹੜਾ ਪੱਲਾ ਇਹ ਤਾਂ ਉੱਠਦਾ ਹੀ ਕੋਈ ਨਹੀਂ, ਕਹਿੰਦੀ ਉੱਠੇਗਾ ਵੀ ਕੋਈ ਨਹੀਂ। ਇਹਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਕਹਿੰਦੇ ਬੀਬੀ ਇਹਦੇ ਉੱਤੇ ਲਿਖਿਆ ਕੀ ਹੈ? ਕਹਿੰਦੀ ਇਹਦੇ ਉੱਤੇ ਲਿਖਿਆ ਵਾਹਿਗੁਰੂ, ਕਹਿੰਦੀ ਕੇਵਲ ਲਿਖਿਆ ਵਾਹਿਗੁਰੂ ਲਿਖਿਆ ਹੋਇਆ ਸ਼ਬਦ। ਕਹਿੰਦੀ ਇਹ ਕਦੇ ਵੀ ਭਾਵੇਂ 4 ਯੁੱਗ ਕਿਉਂ ਨਾ ਬੀਤ ਜਾਣ, ਇਹ ਪਲੜਾ ਭਾਰੀ ਹੀ ਰਹੇਗਾ। ਇਸ ਪਲੜੇ ਨੂੰ ਕੋਈ ਨਹੀਂ ਉਠਾ ਸਕਦਾ। ਜੇ ਸ੍ਰੀ ਰਾਮਚੰਦਰ ਨੇ ਰਾਮ ਲਿਖ ਕੇ ਪੱਥਰ ਉਤਾਰ ਦਿੱਤੇ ਨਾ, ਤੇ ਪਿਆਰਿਓ ਵਾਹਿਗੁਰੂ ਲਿਖ ਕੇ ਉਸ ਗਰੀਬਣੀ ਬੀਬੀ ਨੇ ਸਬਜ਼ੀ ਲਈ। ਤੇ ਹੁਣ ਜਦੋਂ ਇੱਕ ਗ੍ਰਾਹਕ ਹੋਰ ਆਇਆ, ਉਹ ਵੇਖ ਕੇ ਹੈਰਾਨ ਕਿ ਇੱਕ ਪਾਸੇ ਇੱਕ ਕਾਗਜ਼ ਦਾ ਟੁਕੜਾ ਪਾਇਆ ਹੋਇਆ ਤੇ ਇੱਕ ਪਾਸੇ ਸਬਜ਼ੀ ਦਾ ਪੂਰਾ ਤੱਕੜ। ਕਹਿੰਦੇ ਫੇਰ ਵੀ ਪਲੜਾ ਨਾਮ ਦਾ ਭਾਰੀ ਹੈ। ਪਿਆਰਿਓ ਜਦੋਂ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚਲਿਆ ਗਣ ਗੰਧਰਵ ਸਭੈ ਸੁਖਵਾਸੀ। ਜੰਪੁਰ ਗਿਆ ਪੁਕਾਰ ਸੁਣ ਵਿਰਲਾਇਨ, ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਵਨਾਸੀ। ਕਹਿੰਦੀ ਮੈਂ ਤੇ ਸੇਵਕ, ਮੈਂ ਇਹ ਕਹਿੰਦੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਕਿਉਂਕਿ ਭਗਤ ਰਾਜੇ ਜਨਕ ਨੇ ਇਹ ਗੱਲ ਆਖੀ ਸੀ ਕਿ ਆ ਜਿਹੜੇ ਨਰਕਾਂ ਦੇ ਵਿੱਚ ਜੀਵ ਨੇ ਵਿਰਲਾ ਰਹੇ ਨੇ, ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਛੱਡ ਦੇ। ਕਹਿੰਦੇ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ, ਇਹਦੇ ਬਦਲੇ ਕੁਝ ਦੇਣਾ ਪਵੇਗਾ, ਇਹਦੇ ਬਦਲੇ ਕੁਝ ਦੇਣਾ ਪਵੇਗਾ। ਤੇ ਰਾਜੇ ਨੇ ਕੀ ਕੀਤਾ, ਇੱਕ ਘੜੀ ਦਾ ਨਾਮ ਜਪਿਆ ਹੋਇਆ ਇੱਕ ਪਾਸੇ ਰੱਖ ਦਿੱਤਾ। ਪਿਆਰਿਓ ਨਰਕਾਂ ਦੇ ਸਾਰੇ ਜੀਵ ਹੀ ਕੱਢ ਦਿੱਤੇ। ਨਰਕੋਂ ਛੁੱਟੇ ਜੀ ਜੰਤ, ਕਾਟੀ ਗਲੋ ਸੈਲਕ ਜਮ ਫਾਸੀ, ਮੁਕਤ ਜੁਗਤ ਨਾਵੇਂ ਕੀ ਦਾਸੀ। ਕਹਿੰਦੇ ਸਾਰਾ ਕੁਝ ਹੀ ਨਾਮ ਦਾ ਦਾਸ ਬਣ ਜਾਂਦੇ ਹੈ ਜਦੋਂ ਨਾਮ ਦਾ ਰਸ ਆ ਜਾਵੇ। ਜਿਸ ਨੂੰ ਨਾਮ ਦਾ ਰਸ ਆ ਜਾਂਦਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਗੁਰ ਕਿਰਪਾ ਤੇ ਨਿਰਮਲ ਹੋਆ, ਦਿਨ ਵਿੱਚੋਂ ਆਪ ਗਵਾਇਆ। ਇਹ ਗੁਰੂ ਦੀ ਬਖਸ਼ਿਸ਼ ਹੋਵੇਗੀ ਤੇ ਮਨ ਨਿਰਮਲ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਗੁਰੂ ਦੀ ਕਿਰਪਾ ਤੋਂ ਬਿਨਾਂ ਪਿਆਰਿਓ ਮਨ ਨਿਰਮਲ ਹੁੰਦਾ ਹੀ ਕੋਈ ਨਹੀਂ। ਤੇ ਗੁਰੂ ਦੀ ਕਿਰਪਾ ਲੈਣ ਵਾਸਤੇ ਪਹਿਲੋਂ ਸਾਡੇ ਹਿਰਦੇ ਘਟ ਦੇ ਵਿੱਚ ਗਰੀਬੀ ਹੋਵੇ, ਨਿਮਰਤਾ ਹੋਵੇ, ਤੇ ਫਿਰ ਹੀ ਗੁਰੂ ਦੀ ਕਿਰਪਾ ਵਰਸੇਗੀ। ਤੇ ਜੇ ਅਸੀਂ ਟਿੱਬੇ ਵਾਂਗ ਚੜੇ ਹੋਏ ਹਾਂ, ਹੁਣ ਟਿੱਬੇ ਦੇ ਉੱਤੇ ਵਾਸਤੇ ਪੈਂਦੀ ਹੈ। ਬਾਬਾ ਫਰੀਦ ਜੀਆਂ ਦੇ ਪਾਵਨ ਪਵਿੱਤਰ ਵਚਨ, ਟਿੱਬੇ ਜਿਉ ਮੀਹਾ। ਕਹਿੰਦੀ ਟਿੱਬਿਆਂ ਉੱਤੇ ਪਾਣੀ ਤੇ ਪੈਂਦਾ, ਵਾਸਤੇ ਪੈਂਦੀ ਆ, ਪਰ ਤੇ ਪਾਣੀ ਟਿਕਦਾ ਕੋਈ ਨਹੀਂ। ਕਿਵੇਂ ਟਿਕੇਗਾ? ਟਿੱਬਾ ਤੇ ਅਹੰਕਾਰ ਬਣਿਆ ਹੋਇਆ ਨਾ। ਜੇਕਰ ਸਾਡੇ ਮਨ ਅੰਦਰ ਅਹੰਕਾਰ ਬਣਿਆ ਹੋਇਆ, ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ, ਤੇ ਬਖਸ਼ਿਸ਼ ਕਿਵੇਂ ਹੋਵੇਗੀ? ਮਨ ਨਿਰਮਲ ਕਿਵੇਂ ਹੋਵੇਗਾ? ਪਵਿੱਤਰ ਕਿਵੇਂ ਹੋਵੇਗਾ? ਗੁਰ ਸਿੱਖੀ ਦੀ ਇਹ ਨਿਸ਼ਾਨੀ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚਲੇ ਨਿਵਾਣ ਨੂੰ, ਨਿਰਮਲ ਸੀਤਲ ਸੁਧ ਤਰਾਣੀ। ਗੁਰ ਸਿੱਖੀ ਦੀ ਇਹ ਨਿਸ਼ਾਨੀ। ਗੁਰ ਸਿੱਖੀ ਦੀ ਨਿਸ਼ਾਨੀ ਇਹ ਹੈ ਕਿ ਨਿਮਰਤਾ ਆ ਜਾਵੇ ਹਿਰਦੇ ਘਟ ਦੇ ਵਿੱਚ, ਨਿਮਰਤਾ ਆ ਜਾਵੇ। ਗੁਰ ਕਿਰਪਾ ਤੇ ਨਿਰਮਲ ਹੋਵਾ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ, ਬਖਸ਼ਿਸ਼ ਦਾ ਪਾਤਰ ਬਣ ਜਾਵੇ। ਜਿਨ ਵਿੱਚੋਂ ਆਪ ਗਵਾਇਆ, ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਜਿਨੇ ਵਿੱਚੋਂ ਹਉਮੈ ਮੈਂ ਮੇਰੀ ਨੂੰ ਖਤਮ ਕਰ ਦਿੱਤਾ, ਪਿਆਰਿਓ ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਉਹਦਾ ਮਨ ਪਵਿੱਤਰ ਹੋ ਜਾਂਦਾ। ਅਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰੂ ਕੈ ਸ਼ਬਦ ਸੁਹਾਇਆ। ਤੇ ਜਿਹੜੇ ਦਿਨ ਰਾਤੀ ਪਰਮੇਸ਼ਰ ਦਾ ਚਿੰਤਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਗੁਰ ਕੈ ਸ਼ਬਦ ਸੁਹਾਇਆ, ਉਹ ਸੋਹਣੇ ਬਣ ਜਾਂਦੇ ਨੇ। ਪਿਆਰਿਓ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨੀ ਬਹਿਣੀ, ਉਹੀ ਸੁੰਦਰ ਨੇ ਕਿਹੜੇ
ਜਿਹੜੇ ਸਤ ਸੰਗਤ ਦੇ ਵਿੱਚ ਆ ਕਰਕੇ ਬੈਠਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਹਰ ਹਰ ਕਰੇ ਸਹੀ ਜਨ ਸੁਹਣੇ ਤਿਨ ਕੋ ਪਰਜਾ ਦੇਖਣ ਆਈ। ਪਰਮੇਸ਼ਰ ਦਾ ਨਾਮ ਜਿਹੜੇ ਜਪਦੇ ਨੇ ਉਹੀਓ ਪਿਆਰੇ ਸੋਹਣੇ ਲੱਗਦੇ ਨੇ। ਉਹਨਾਂ ਨੂੰ ਜਗਤ ਵੇਖਣ ਵਾਸਤੇ ਆਉਂਦਾ ਕਿ ਪ੍ਰਭੂ ਦੇ ਪਿਆਰਿਆਂ ਨੇ ਨਾਮ ਜਪਿਆ, ਕਿਤਨੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਜਿਹੜਾ ਵੀ ਪਰਮੇਸ਼ਰ ਦਾ ਨਾਮ ਜਪੇਗਾ ਅਸਲ 'ਚ ਹਿਰਦਾ ਖੂਬਸੂਰਤ ਉਸੇ ਦਾ ਹੀ ਬਣੇਗਾ। ਪਿਆਰਿਓ, ਵੇਖਣ ਨੂੰ ਭਾਵੇਂ ਕੋਈ ਕਰੂਪ ਲੱਗੇ, ਪਰ ਜੇ ਪਰਮੇਸ਼ਰ ਦਾ ਹਿਰਦੇ ਘਟ ਦੇ ਵਿੱਚ ਨਾਮ ਹੈ, ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਸੋਹਣੇ ਉਹ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨੀ ਬਹਿਣੇ। ਜਿਹੜੇ ਸਤ ਸੰਗਤ ਆ ਕਰਕੇ ਕਰਦੇ ਨੇ ਉਹੀਓ ਸੁੰਦਰ ਨੇ, ਉਹੀਓ ਹੀ ਸੋਹਣੇ ਨੇ। ਆਂਦਨ ਗੁਣ ਗਾਵੇ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਉਹ ਸੋਹਣੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਦਿਨ ਰਾਤੀ ਪਰਮੇਸ਼ਰ ਦਾ ਚਿੰਤਨ ਕਰਦੇ ਨੇ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ। ਐ ਮੇਰੇ ਵਾਹਿਗੁਰੂ, ਐ ਮੇਰੇ ਪਰਮੇਸ਼ਰ, ਅਸੀਂ ਤੇ ਤੇਰੇ ਬੱਚੇ, ਅਸੀਂ ਤੇਰੀ ਚਰਨ ਸ਼ਰਨ ਦੇ ਵਿੱਚ ਆਏ। ਇਹੋ ਜਿਹੀ ਅਵਸਥਾ ਪਿਆਰਿਓ ਬਣਨੀ ਚਾਹੀਦੀ ਹੈ। ਅਰਦਾਸ ਇਸੇ ਤਰੀਕੇ ਦੇ ਨਾਲ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਰਨੀ ਚਾਹੀਦੀ ਹੈ। ਤੂੰ ਠਾਕੁਰ ਤੁਮ ਪਏ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। कोई न जाने तुमरा अंत, ऊंचे ते ऊंचा भगवंत। सगल समगरी तुमरे सूत्र धारे, तुम ते होए सो आज्ञाकारी। तुमरी गत मित तुम ही दानी, नानक दास सदा कुर्बानी। तू मेरा पिता, तू है मेरा माता, तू मेरा बंधक, तू मेरा भ्राता, तू मेरा राखा सबनी थाई। ताप के हा कड़ा दियो। वाहिगुरू जी, तू ही मेरा पिता है, तू ही मेरा माता। जो सारा कुछ असी वाहिगुरू नूं समझ लेंदे हैं ना, ये सतगुरु फिर बख्शिश करता है। मेरे ठाकुर हम बारिक शरण तुम्हारी, एक पिता एक सुखी हम बारिक, तू मेरा गुरहाई। सुन मीता जियो हमारा बल बल जासी, हर दर्शन देहो दिखाई। असी तुहाडे बच्चे हाँ, दर्शन दीदार बख्शिश करो, सारे तुहाडे बच्चे हाँ। वाहिगुरू जी, एको सच्चा सच तो केवल आप मुरारे। वाहिगुरू जी, केवल एक तू है सच्चा, बाकी सारा कुछ झूठ। जो सतगुरु कह रहे धन गुरु अमरदास जी महाराज, केवल ते केवल वो परमेश्वर एक सदैव काल वास्ते सच है, वो सच्चा है। पहला भी सच्चा सी, हुण भी सच्चा, आउण वाले समय दे विच भी सच्चा होएगा। जुगां जुगां तो वो परमेश्वर सच्चा है। प्यारो, बच्चे बन के उस मालिक के चरणों के विच ही अरदास बेनती करी गई। प्यारे, जयपुर की एक घटना, एक बच्ची किसी दी जिहड़ी दिल दी मरीज सी, छोटी जी अरबला, छोटी जी उमरा ते दिल दी मरीज। वो डॉक्टर दे कोल जिस वेले लैके गए ते डॉक्टर ने जो चैकअप किया, आखण लगा ये बच्ची जे ते इसका दिल का ऑपरेशन हो जाएगा तो फिर बच सकती है। 30% चांस ने इसके फिर भी बचने के, पर जे तुसी इसका ऑपरेशन नहीं कराते तो ये खत्म हो जाएगी। 1 महीने दे विच इसकी मौत हो जाएगी। हुण तुसी दसो की करना है। जे ती ऑपरेशन करते हाँ तो 30% चांस ने इसके बचने के, जे ऑपरेशन नहीं करते तो ये बच्ची खत्म हो जाएगी। हुण तुसी दसो असी की करिए। माँ प्यो आखण लगे कि जिस हिसाब नाल तुसीं दसदे हो 1 महीने की मेहमान है, पर तुसीं हुण कहंदी ऑपरेशन कर दो, कहंदी ऑपरेशन कर दे, वो अगे जिवें वाहिगुरू करेगा। वाहिगुरू ते डोरी सुटी हुई है। बच्ची बड़ी सुंदर, कहंदे डॉक्टरां दे नाल उत्थे रहिंदियां होइयां इवें घुल मिल गई, इवें घुल मिल गई। डॉक्टर सारे बड़े प्यार करते सन।
डॉक्टर सारे बड़ी प्यार करते सन कि इस बच्ची का ऑपरेशन होना है। ते बच्ची का ऑपरेशन होने तो पहला डॉक्टर कहते बेटा तू डर बच्चों के विच रब हुंदा है, तैनूं डरन की लोड़ नहीं, बच्चों के विच रब हुंदा है। ते बच्चे दे नाल प्यार भी डॉक्टर बहुत करते सन। जो सारे डॉक्टर प्यार करते बच्ची खुश सी उत्थे। हुण कहते जिस दिन ऑपरेशन की डेट सी उस दिन कहण लगे बेटा जदों तेरा ऑपरेशन होया ना तू बिल्कुल ठीक हो जाना, तू बिल्कुल ठीक हो जाना है। ते बच्ची पता की कहती डॉक्टर अंकल एक मैनू गल दसो कि तुसीं कहंदे हो बच्चों के विच वाहिगुरू हुंदा है, बच्चों के विच रब हुंदा है, ते जदों मेरा ऑपरेशन करोगे ना एक गल का ख्याल रखियो कि मैनू रब वाल वेख के दसना वो किस तरह का है। कहती रब मैं वेखिया कोई नहीं, बच्ची निक्की थी। जिस वेले ये गल आखी डॉक्टर सारे हैरान हो गए, डॉक्टर सारे हैरान हो गए कि मन बराग दे विच भी आ गया। कहती डॉक्टर अंकल जदों मेरा ऑपरेशन करोगे ना तुसीं ते ये गल जरूर वेखनी है कि जिहड़ा रब है मेरे अंदर उस नूं तुसीं वेख के मैनूं दसना वो किहो जिहा। बाणी का एक बोल है बड़ा सुंदर, उहदे विच लिखिया मिलदा जिसका अर्थ ये है कि पुछदा जीव रूप आत्मा मेरा मालिक कैसा है। मैं पेख्यो जी ऊंचा मोह सब ते ऊंचा, आन न संसर हो लागे ढूंढ रहे हम ऊंचा। वो बड़ा सुंदर है, बहुत ही सुंदर। अमृता प्रवचन तुहारे अत सुंदर, मनमोह प्यारे सब हो मधु निरारे। राज न चाहो मुक्त न चाहो मन प्रीत चरण कमलारे। ब्रह्म महेश सिद्ध मुन इंदिरा मोहि ठाकुर ही दरसारे। दीन दवारे आयु ठाकुर शरण पर्यो संत हारे। कहो नानक प्रभ मिले मनोहर मन शीतल बिगसारे। जिहड़ा उसनूं तक लैंदा प्यारिओ वो ते ये गल कह दिंदा वो बड़ा सुंदर है। ਉਹਦੇ ਵਰਗਾ ਹੋਰ ਸੁੰਦਰ ਕੋਈ ਨਹੀਂ। ਸਾਵਨ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੀ। ਮੇਰਾ ਮਨ ਤੇਰੇ ਵੱਲ ਵੇਖ ਕੇ ਤੇਰੇ ਨਾਲ ਲੱਗ ਗਿਆ ਕਿ ਤੇਰੇ ਵਰਗਾ ਸੋਹਣਾ ਕੋਈ ਨਹੀਂ। ਇਹ ਸਾਂਵਲੇ ਰੰਗ ਦੇ ਵਾਹਿਗੁਰੂ ਮੇਰਾ ਮਨ ਲਾਗਾ ਤੋਹੀ। ਏਕ ਜੋਤ ਏਕਾ ਵੇਲੇ ਕਿੰਬਾ ਹੋਈ ਹੋਏ। ਜਿਤ ਘਟ ਨਾਮ ਨ ਉਪਜੈ फूट मरै जन सोई। लोग जाने ये गीत है ये तो ब्रह्म